ਅੱਜ 4 ਮਾਰਚ 2017 ਨੂੰ ਡਾਕਟਰ ਅਮਰਜੀਤ ਸਿੰਘ ਵਾਸ਼ਿੰਗਟਨ ਡੀਸੀ ਦੀ ਕਲਮ ਤੋਂ ਹਫ਼ਤਾਵਾਰੀ ਲੇਖ ਖਾਲਿਸਤਾਨ ਕਾਲਿੰਗ ਆਪ ਜੀ ਨਾਲ ਸਾਂਝਾ ਕਰਨ ਜਾ ਰਹੇ ਹਾਂ। ਸੁਰਖੀਆਂ ਇਸ ਪ੍ਰਕਾਰ ਹਨ। ਨਾਜ਼ੀਵਾਦ ਅਤੇ ਫਾਸ਼ੀਵਾਦ ਦੀ ਅਖੀਰਲੀ ਪੌੜੀ ਵੱਲ ਵੱਧ ਰਹੇ ਭਾਰਤ ਤੇ ਹਿੰਦੂਤਵੀ ਹਾਕਮ। 20 ਸਾਲਾ ਸਿੱਖ ਬੱਚੀ ਗੁਰਮੇਹਰ ਕੌਰ ਵੱਲੋਂ ਲਏ ਗਏ ਸਿਧਾਂਤਕ ਸਟੈਂਡ ਨੇ ਹਿੰਦੂਤਵੀਆਂ ਦੇ ਖੇਮੇ ਵਿੱਚ ਲਿਆਂਦਾ ਭੁਚਾਲ। ਹਾਰਵਰਡ, ਯੇਲ, ਕੈਂਬਰਿਜ ਸਮੇਤ ਦੁਨੀਆ ਦੀਆਂ ਅੱਡ-ਅੱਡ ਯੂਨੀਵਰਸਿਟੀਆਂ ਦੇ 400 ਸਕਾਲਰਾਂ ਨੇ JNU ਦੇ ਵਾਈਸ ਚਾਂਸਲਰ ਨੂੰ ਲਿਖੇ ਪੱਤਰ ਵਿੱਚ ਕਿਹਾ ਕਿ ਅਕਾਦਮਿਕ ਕਲਚਰ ਅਤੇ ਵਿਚਾਰਾਂ ਦੀ ਆਜ਼ਾਦੀ ਨੂੰ ਭਾਰੀ ਖਤਰਾ। ਪ੍ਰਸਿੱਧ ਇਤਿਹਾਸਕਾਰ ਰਾਮਚੰਦਰ ਗੁਹਾ ਮੁਤਾਬਕ ਮੋਦੀ ਸਰਕਾਰ ਵਰਗੀ ਬੌਧਿਕਤਾ ਵਿਰੋਧੀ ਸਰਕਾਰ ਭਾਰਤ ਨੇ ਪਹਿਲਾਂ ਕਦੇ ਨਹੀਂ ਦੇਖੀ। ਵਿੱਤ ਮੰਤਰੀ ਅਰੁਣ ਜੇਤਲੀ ਦਾ ਬਿਆਨ, ਭਾਰਤ ਵਿੱਚ ਵਿਚਾਰਾਂ ਦੀ ਆਜ਼ਾਦੀ ਦੀ ਸੀਮਾ ਤੈਅ ਹੋਣੀ ਚਾਹੀਦੀ ਹੈ। ਹੁਣ ਲੇਖ ਵਿਸਥਾਰ ਨਾਲ। ਲਗਭਗ 3 ਸਾਲ ਪਹਿਲਾਂ ਜਦੋਂ ਭਾਰਤ ਦੀ ਰਾਜ ਸੱਤਾ BJP ਦੇ ਹੱਥ ਆਈ ਸੀ ਤਾਂ ਜ਼ਾਹਰ ਸੀ ਕਿ ਇਹ ਸਰਕਾਰ ਹਿੰਦੂਤਵੀ ਵਿਚਾਰਧਾਰਾ ਨੂੰ ਉਤਸ਼ਾਹਿਤ ਕਰਨ ਲਈ ਯਤਨਸ਼ੀਲ ਹੋਵੇਗੀ, ਪਰ ਜਿਸ ਤੇਜ਼ੀ ਨਾਲ ਮੋਦੀ ਸਰਕਾਰ ਨੇ ਹਿੰਦੂਤਵ ਨੂੰ ਸਮਾਜ ਦੇ ਹਰ ਵਰਗ ਅਤੇ ਹਰ ਖੇਤਰ ਵਿੱਚ ਜ਼ਬਰਦਸਤੀ ਲਿਆ ਵਾੜਿਆ ਹੈ, ਉਸ ਤੇ ਜ਼ਰੂਰ ਹੈਰਾਨੀ ਹੁੰਦੀ ਹੈ। ਇਉਂ ਜਾਪਦਾ ਹੈ ਕਿ ਹਿੰਦੂਤਵ ਛੜੱਪੇ ਮਾਰਦਾ ਨਾਜ਼ੀਵਾਦ ਅਤੇ ਫਾਸ਼ੀਵਾਦ ਦੀ ਪੌੜੀ ਦੇ ਅਖੀਰਲੇ ਡੰਡੇ ਤੇ ਆ ਖਲੋਤਾ ਹੈ। ਪਾਰਲੀਮੈਂਟ ਵਿੱਚ ਬਹੁਗਿਣਤੀ ਦਾ ਧੱਕਾ, ਮੀਡੀਆ ਤੇ ਪੂਰੀ ਤਰ੍ਹਾਂ ਕੰਟਰੋਲ, ਜੁਡੀਸ਼ਰੀ ਰਾਹੀਂ ਹਿੰਦੂਤਵੀ ਫੈਸਲੇ, ਨਿਰਪੱਖ ਸੋਚ ਵਾਲੇ ਇਤਿਹਾਸਕਾਰਾਂ, ਲੇਖਕਾਂ, ਫਿਲਮਕਾਰਾਂ ਦੇ ਕਤਲ ਅਤੇ ਉਹਨਾਂ ਨੂੰ ਦੇਸ਼ ਧਰੋਹੀ ਐਲਾਨ ਕੇ ਬੇਇੱਜ਼ਤ ਕਰਨਾ, ਮੁਸਲਮਾਨਾਂ, ਈਸਾਈਆਂ, ਦਲਿਤਾਂ ਖਿਲਾਫ ਸਿੱਧੀਆਂ ਹਿੰਸਕ ਕਾਰਵਾਈਆਂ, ਹੁਣ ਇਹ ਸਭ ਆਮ ਵਰਗਾ ਵਰਤਾਰਾ ਹੋ ਗਿਆ ਹੈ। ਲੋਕਤੰਤਰੀ ਸਿਸਟਮ ਵਿੱਚ ਕਾਲਜ, ਯੂਨੀਵਰਸਿਟੀਆਂ ਅਤੇ ਦੂਸਰੇ ਅਕਾਦਮਿਕ ਅਦਾਰੇ ਵਿਚਾਰਾਂ ਦੀ ਖੁੱਲ੍ਹੀ ਬਹਿਸ ਅਤੇ ਵਿਚਾਰ ਪ੍ਰਗਟਾਵੇ ਦੇ ਕੇਂਦਰ ਹੁੰਦੇ ਹਨ। ਇਸ ਲਈ ਵਿਦਿਆਰਥੀਆਂ ਨੂੰ ਯੂਨੀਅਨਾਂ ਬਣਾਉਣ ਦਾ ਹੱਕ ਵੀ ਹਾਸਲ ਹੁੰਦਾ ਹੈ। ਭਾਰਤ ਵਿੱਚ ਕਾਲਜਾਂ, ਯੂਨੀਵਰਸਿਟੀਆਂ ਦੀਆਂ ਯੂਨੀਅਨਾਂ ਅਤੇ ਕਰਮਚਾਰੀ ਯੂਨੀਅਨਾਂ ਪਿਛਲੇ 70 ਸਾਲਾਂ ਵਿੱਚ ਕਾਫੀ ਪ੍ਰਭਾਵਸ਼ਾਲੀ ਰੋਲ ਅਦਾ ਕਰਦੀਆਂ ਰਹੀਆਂ ਹਨ। ਅਜੋਕੇ ਸਿੱਖ ਸੰਘਰਸ਼ ਵਿੱਚ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਬੜੀ ਅਹਿਮ ਭੂਮਿਕਾ ਨਿਭਾਈ ਹੈ। ਭਾਰਤ ਵਿੱਚ JNU ਕੈਂਪਸ, ਦਿੱਲੀ ਯੂਨੀਵਰਸਿਟੀ, ਹੈਦਰਾਬਾਦ ਕੈਂਪਸ, ਪੰਜਾਬ ਯੂਨੀਵਰਸਿਟੀ ਕੈਂਪਸ ਆਦਿ ਵਿੱਚ ਲਿਬਰਲ ਵਿਚਾਰਧਾਰਾ ਵਾਲਿਆਂ ਦਾ ਹਮੇਸ਼ਾ ਬੋਲਬਾਲਾ ਰਿਹਾ ਹੈ। RSS ਦੇ ਵਿਦਿਆਰਥੀ ਵਿੰਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੀ ਹਮੇਸ਼ਾ ਨਿਗੂਣੀ ਜਿਹੀ ਹੋਂਦ ਰਹੀ ਹੈ ਅਤੇ ਉਹ ਵੀ DAV ਸਕੂਲਾਂ, ਕਾਲਜਾਂ ਤੱਕ। ਪਰ ਮੋਦੀ ਸਰਕਾਰ ਬਣਨ ਤੋਂ ਬਾਅਦ ਸਮ੍ਰਿਤੀ ਇਰਾਨੀ, ਅਰੁਣ ਜੇਤਲੀ ਵਰਗੇ ਕੇਂਦਰੀ ਮੰਤਰੀਆਂ ਨੇ ਯੂਨੀਵਰਸਿਟੀਆਂ ਵਿੱਚ ਸਿੱਧੇ ਤੌਰ ਤੇ ਦਖਲਅੰਦਾਜ਼ੀ ਸ਼ੁਰੂ ਕੀਤੀ ਹੈ। ਨਤੀਜੇ ਵਜੋਂ ਹੈਦਰਾਬਾਦ ਯੂਨੀਵਰਸਿਟੀ ਵਿੱਚ ਦਲਿਤ ਵਿਦਿਆਰਥੀ ਰੋਹਿਤ ਵਿਮੁਲਾ ਨੇ ਖੁਦਕੁਸ਼ੀ ਕੀਤੀ। JNU ਵਿੱਚ ਹਿੰਦੂਤਵੀ ਗੁੰਡਿਆਂ ਨੇ ਵਿਦਿਆਰਥੀਆਂ, ਅਧਿਆਪਕਾਂ, ਮੀਡੀਆ ਅਤੇ ਹੋਰ ਲੋਕਾਂ ਸਮੇਤ ਸਭ ਨੂੰ ਪਿਛਲੇ ਸਾਲ ਆਪਣੇ ਕਹਿਰ ਦਾ ਨਿਸ਼ਾਨਾ ਬਣਾਇਆ, ਜਦੋਂ ਕਿ ਪੁਲਿਸ ਜਾਂ ਮੂਕ ਦਰਸ਼ਕ ਬਣੀ ਰਹੀ ਜਾਂ ਗੁੰਡਿਆਂ ਦਾ ਸਾਥ ਦਿੰਦੀ ਰਹੀ। ਕਨਹਈਆ ਕੁਮਾਰ ਅਤੇ ਉਮਰ ਖਾਲਿਦ ਵਰਗੇ ਵਿਦਿਆਰਥੀ ਦੇਸ਼ ਧਰੋਹੀ ਬਣਾ ਦਿੱਤੇ ਗਏ। ਹੈਦਰਾਬਾਦ ਯੂਨੀਵਰਸਿਟੀ ਅਤੇ JNU ਵਿੱਚ ਵਾਈਸ ਚਾਂਸਲਰਾਂ ਤੋਂ ਲੈ ਕੇ ਦੂਸਰੇ ਪ੍ਰਬੰਧਕੀ ਢਾਂਚੇ ਵਿੱਚ ਹਿੰਦੂਤਵੀਆਂ ਨੂੰ ਭਰਤੀ ਕੀਤਾ ਗਿਆ। ਯਾਦ ਰਹੇ, ਅਰੁਣ ਜੇਤਲੀ ਕਦੀ ਆਪ ਵੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦਾ ਨੇਤਾ ਰਿਹਾ ਹੈ। ਯੂਨੀਵਰਸਿਟੀਆਂ, ਕਾਲਜਾਂ ਅਤੇ ਅਕਾਦਮਿਕ ਅਦਾਰਿਆਂ ਤੇ ਕਬਜ਼ੇ ਨੂੰ ਮੁਕੰਮਲ ਕਰਨ ਲਈ ਹਿੰਦੂਤਵੀ ਵਿਦਿਆਰਥੀ ਜਥੇਬੰਦੀ ਨੇ ਪਿਛਲੇ ਹਫ਼ਤੇ ਇੱਕ ਜ਼ੋਰਦਾਰ ਹੱਲਾ ਬੋਲਿਆ। ਪਿਛਲੇ ਦਿਨੀਂ ਦਿੱਲੀ ਦੇ ਪ੍ਰਸਿੱਧ ਰਾਮਜਸ ਕਾਲਜ ਵਿੱਚ ਇੱਕ ਸੈਮੀਨਾਰ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਵਿੱਚ JNU ਦੇ 2 ਵਿਦਿਆਰਥੀ ਨੇਤਾਵਾਂ ਨੂੰ ਵੀ ਬੋਲਣ ਦਾ ਸੱਦਾ ਦਿੱਤਾ ਗਿਆ ਸੀ। ABVP ਨੇ ਕਾਲਜ ਪ੍ਰਸ਼ਾਸਨ ਨੂੰ ਧਮਕਾਇਆ, ਜਿਸ ਦੇ ਨਤੀਜੇ ਵਜੋਂ ਪ੍ਰਬੰਧਕਾਂ ਨੇ JNU ਦੇ ਵਿਦਿਆਰਥੀ ਨੇਤਾਵਾਂ ਨੂੰ ਦਿੱਤਾ ਸੱਦਾ ਰੱਦ ਕਰ ਦਿੱਤਾ। ਪਰ ਇਸ ਦੇ ਬਾਵਜੂਦ ABVP ਦੇ ਗੁੰਡਿਆਂ ਨੇ ਕਾਲਜ ਕੈਂਪਸ ਵਿੱਚ ਪਹੁੰਚ ਕੇ ਪੂਰੀ ਗੁੰਡਾਗਰਦੀ ਕੀਤੀ। ਵਿਦਿਆਰਥੀਆਂ, ਅਧਿਆਪਕਾਂ, ਮੀਡੀਆ ਨਾਲ ਸੰਬੰਧਿਤ ਲੋਕਾਂ ਦੀ ਕੁੱਟਮਾਰ ਕੀਤੀ ਗਈ। ਇੱਥੋਂ ਤੱਕ ਕਿ ਵਿਦਿਆਰਥਣਾਂ ਨਾਲ ਭਾਰੀ ਬਦਸਲੂਕੀ ਕੀਤੀ ਗਈ ਅਤੇ ਉਹਨਾਂ ਨੂੰ ਜਬਰ ਜਨਾਹ ਦੀਆਂ ਧਮਕੀਆਂ ਦਿੱਤੀਆਂ ਗਈਆਂ। ਇਸ ਵਰਤਾਰੇ ਨੂੰ ਦਿੱਲੀ ਯੂਨੀਵਰਸਿਟੀ ਨਾਲ ਸੰਬੰਧਿਤ ਲੇਡੀ ਸ਼੍ਰੀ ਰਾਮ ਕਾਲਜ ਦੀ 20 ਸਾਲਾ ਵਿਦਿਆਰਥਣ ਗੁਰਮੇਹਰ ਕੌਰ ਬਰਦਾਸ਼ਤ ਨਹੀਂ ਕਰ ਸਕੀ ਅਤੇ ਉਸਨੇ ABVP ਨੂੰ ਸਿੱਧੇ ਤੌਰ ਤੇ ਵੰਗਾਰਿਆ। ਆਪਣੀ ਫੇਸਬੁੱਕ ਤੇ ਉਸਨੇ ਆਪਣੀ ਤਸਵੀਰ ਦੇ ਨਾਲ ਇੱਕ ਹੱਥ ਲਿਖਿਆ ਕਾਰਡ ਪੋਸਟ ਕੀਤਾ। ਇਸ ਦੇ ਸ਼ਬਦ ਸਨ,
ਮੈਂ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਹਾਂ। ਮੈਂ ABVP ਤੋਂ ਬਿਲਕੁਲ ਨਹੀਂ ਡਰਦੀ। ਮੈਂ ਇਕੱਲੀ ਨਹੀਂ ਹਾਂ। ਭਾਰਤ ਦਾ ਹਰ ਵਿਦਿਆਰਥੀ ਮੇਰੇ ਨਾਲ ਹੈ। #Students Against ABVP। ਇਸ ਬਿਲਕੁਲ ਨੁਕਸਾਨ ਰਹਿਤ ਗੈਰ ਸਿਆਸੀ ਲਿਖਤ ਨੇ ਹਿੰਦੂਤਵੀ ਹਲਕਿਆਂ ਵਿੱਚ ਭੁਚਾਲ ਲੈ ਆਂਦਾ। ਯਾਦ ਰਹੇ, ਗੁਰਮੇਹਰ ਕੌਰ ਕਾਰਗਿਲ ਯੁੱਧ ਵਿੱਚ ਮਾਰੇ ਗਏ ਕੈਪਟਨ ਮਨਦੀਪ ਸਿੰਘ ਦੀ ਧੀ ਹੈ। ਉਹ ਸਿਰਫ 2 ਸਾਲਾਂ ਦੀ ਸੀ ਜਦੋਂ ਉਸਦੇ ਪਿਤਾ ਕਾਰਗਿਲ ਯੁੱਧ ਦਾ ਸ਼ਿਕਾਰ ਹੋ ਗਏ ਸਨ। ਪਿਛਲੇ ਵਰ੍ਹੇ ਗੁਰਮੇਹਰ ਕੌਰ ਉਦੋਂ ਚਰਚਾ ਵਿੱਚ ਆਈ ਸੀ ਜਦੋਂ ਉਹਨਾਂ ਨੇ ਬਿਨਾਂ ਬੋਲਿਆਂ ਆਪਣੀ ਜੀਵਨ ਕਹਾਣੀ ਅਤੇ ਜੀਵਨ ਮਿਸ਼ਨ ਲਗਭਗ 28 ਪੋਸਟਰਾਂ ਰਾਹੀਂ ਆਪਣੀ ਫੇਸਬੁੱਕ ਤੇ ਪਾਇਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਮੈਂ 2 ਵਰ੍ਹਿਆਂ ਦੀ ਸਾਂ ਜਦੋਂ ਮੇਰੇ ਪਿਤਾ ਜੰਗ ਦੀ ਭੇਟ ਚੜ੍ਹ ਗਏ। ਮੈਂ ਪਾਕਿਸਤਾਨ ਤੇ ਮੁਸਲਮਾਨਾਂ ਨੂੰ ਬਹੁਤ ਨਫ਼ਰਤ ਕਰਦੀ ਸਾਂ ਅਤੇ ਉਹਨਾਂ ਤੋਂ ਪਿਤਾ ਦੀ ਮੌਤ ਦਾ ਬਦਲਾ ਲੈਣਾ ਚਾਹੁੰਦੀ ਸਾਂ, ਪਰ ਮੇਰੀ ਮਾਂ ਨੇ ਮੈਨੂੰ ਸਮਝਾਇਆ ਕਿ ਪਾਕਿਸਤਾਨ ਨੇ ਨਹੀਂ, ਜੰਗ ਨੇ ਤੇਰੇ ਪਿਓ ਦੀ ਜਾਨ ਲਈ ਹੈ। ਹੌਲੀ-ਹੌਲੀ ਮੇਰਾ ਜੀਵਨ ਦ੍ਰਿਸ਼ਟੀਕੋਣ ਬਦਲਿਆ। ਮੈਂ ਹੁਣ ਇੱਕ ਫੌਜੀ ਬਣ ਗਈ ਹਾਂ, ਜੰਗ ਦੀ ਨਹੀਂ, ਅਮਨ ਦੀ। ਉਹਨਾਂ ਦਾ ਕਹਿਣਾ ਹੈ ਕਿ ਜੇ ਜਰਮਨੀ ਅਤੇ ਫਰਾਂਸ ਇੱਕ ਦੂਜੇ ਦੇ ਨੇੜੇ ਆ ਸਕਦੇ ਹਨ, ਅਮਰੀਕਾ ਅਤੇ ਜਾਪਾਨ ਵਿਚਕਾਰ ਦੋਸਤਾਨਾ ਸੰਬੰਧ ਬਣ ਸਕਦੇ ਹਨ, ਤਾਂ ਭਾਰਤ ਅਤੇ ਪਾਕਿਸਤਾਨ ਆਪਣੇ ਮਸਲਿਆਂ ਨੂੰ ਗੱਲਬਾਤ ਰਾਹੀਂ ਕਿਉਂ ਨਹੀਂ ਹੱਲ ਕਰ ਸਕਦੇ। ਆਓ ਇਸ ਖਿੱਤੇ ਵਿੱਚ ਅਮਨ ਦੀ ਬਹਾਲੀ ਲਈ ਯਤਨਸ਼ੀਲ ਹੋਈਏ। ਗੁਰਮੇਹਰ ਕੌਰ ਵੱਲੋਂ ਉਪਰੋਕਤ ਪੋਸਟ ਉਦੋਂ ਪਾਈ ਗਈ ਸੀ ਜਦੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਦੇ ਬੱਦਲ ਮੰਡਰਾ ਰਹੇ ਸਨ। ਗੁਰਮੇਹਰ ਕੌਰ ਜੰਤਰ ਮੰਤਰ ਰੋਡ ਤੇ ਹੋਈ ਇੱਕ ਅਮਨ ਰੈਲੀ ਵਿੱਚ ਵੀ ਸ਼ਾਮਲ ਹੋਈ ਸੀ। ਹਜ਼ਾਰਾਂ ਲੋਕਾਂ ਨੇ ਉਸ ਦੀ ਫੇਸਬੁੱਕ ਪੋਸਟ ਨੂੰ ਬਹੁਤ ਪਸੰਦ ਕੀਤਾ ਸੀ ਅਤੇ ਕੋਈ ਵਾਵੇਲਾ ਨਹੀਂ ਸੀ ਹੋਇਆ। ਉਸ ਨੂੰ ਸ਼ਹੀਦ ਦੀ ਧੀ ਕਹਿ ਕੇ ਸਰਾਹਿਆ ਗਿਆ ਸੀ। ਪਰ ਹੁਣ ਜਦੋਂ ਗੁਰਮੇਹਰ ਕੌਰ ਨੇ ABVP ਨੂੰ ਚੈਲੰਜ ਕੀਤਾ ਤਾਂ ਹਿੰਦੂਤਵੀ ਮੀਡੀਆ ਅਤੇ ਸੋਸ਼ਲ ਮੀਡੀਆ ਨੇ ਉਸ ਦੀ ਪੁਰਾਣੀ ਪੋਸਟ "ਮੇਰੇ ਪਿਤਾ ਨੂੰ ਪਾਕਿਸਤਾਨ ਨੇ ਨਹੀਂ, ਜੰਗ ਨੇ ਮਾਰਿਆ ਹੈ" ਉਸ ਦੀ ABVP ਵਿਰੋਧੀ ਪੋਸਟ ਨਾਲ ਜੋੜ ਕੇ ਉਸ ਨੂੰ ਦੇਸ਼ ਧਰੋਹੀ ਦੀ ਸ਼੍ਰੇਣੀ ਵਿੱਚ ਲਿਆ ਖੜਾ ਕੀਤਾ। ਇਸ ਕੁਫਰ ਪ੍ਰਚਾਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਕਿਰਨ ਰਿਜਿਜੂ, ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ, ਮਸ਼ਹੂਰ ਕ੍ਰਿਕਟ ਖਿਡਾਰੀ ਵੀਰੇਂਦਰ ਸਹਿਵਾਗ, ਫਿਲਮ ਐਕਟਰ ਰਣਦੀਪ ਹੁੱਡਾ ਸਮੇਤ ਕਈ ਨਾਮੀ ਗ੍ਰਾਮੀ ਹਸਤੀਆਂ ਸ਼ਾਮਲ ਹਨ। ਖੁਸ਼ੀ ਦੀ ਗੱਲ ਇਹ ਹੈ ਕਿ ਹਿੰਦੂਤਵੀਆਂ ਦੇ ਡਰ ਤੋਂ ਦਬ ਕੇ ਬੈਠੇ ਕੁਝ ਪ੍ਰਮੁੱਖ ਲੋਕਾਂ ਨੇ ਗੁਰਮੇਹਰ ਦੇ ਹੌਸਲੇ ਦੀ ਸ਼ਰਮ ਖਾਂਦਿਆਂ ਭਾਰਤ ਵਿੱਚ ਵਿਚਾਰਾਂ ਦੀ ਆਜ਼ਾਦੀ ਦੇ ਹੱਕ ਵਿੱਚ ਹਾਂ ਦਾ ਨਾਅਰਾ ਮਾਰਿਆ। ABVP ਦੇ ਵਿਰੁੱਧ ਦਿੱਲੀ ਯੂਨੀਵਰਸਿਟੀ ਕੈਂਪਸ ਵਿੱਚ ਕੱਢੇ ਗਏ ਜਲੂਸ ਵਿੱਚ ਵੱਡੀ ਗਿਣਤੀ ਵਿੱਚ ਵਿਦਿਆਰਥੀ ਸ਼ਾਮਲ ਹੋਏ। ਭਾਵੇਂ ਕਿ ਮਾਨਸਿਕ ਤਣਾਅ ਦਾ ਸ਼ਿਕਾਰ ਗੁਰਮੇਹਰ ਕੌਰ ਇਸ ਵਿੱਚ ਖੁਦ ਸ਼ਾਮਲ ਨਹੀਂ ਹੋਈ, ਪਰ ਉਸ ਨੇ ਇਸ ਦੀ ਮੁਕੰਮਲ ਹਮਾਇਤ ਕੀਤੀ ਹੈ। ਗੁਰਮੇਹਰ ਨੂੰ ਦਿੱਤੀਆਂ ਗਈਆਂ ਜਬਰ ਜਨਾਹ ਦੀਆਂ ਧਮਕੀਆਂ ਅਤੇ ਪਰਿਵਾਰ ਤੇ ਬਣਾਇਆ ਗਿਆ ਦਬਾਅ ਜ਼ਾਹਰ ਕਰਦਾ ਹੈ ਕਿ ਭਾਰਤ ਵਿੱਚ ਇਸ ਵੇਲੇ ਹਿੰਦੂਤਵੀ ਨਾਜ਼ੀਆਂ ਦਾ ਪੂਰੀ ਤਰ੍ਹਾਂ ਬੋਲਬਾਲਾ ਹੈ। ਅਸੀਂ ਪੰਜਾਬ ਦੀ ਧੀ ਗੁਰਮੇਹਰ ਕੌਰ ਦੇ ਹੌਸਲੇ ਦੀ ਕਦਰ ਕਰਦੇ ਹਾਂ, ਜਿਸ ਨੇ ਇਸ ਹਿੰਦੂ ਦਹਿਸ਼ਤਗਰਦੀ ਦੇ ਦੌਰ ਵਿੱਚ ਸਿੱਖ ਚੈਲੰਜ ਦੇ ਇਤਿਹਾਸਕ ਕਰੈਕਟਰ ਨੂੰ 4 ਚੰਨ ਲਾਏ ਹਨ। ਪਿਛਲੇ ਦਿਨੀ ਦੁਨੀਆ ਦੀਆਂ ਅੱਡ-ਅੱਡ ਪ੍ਰਮੁੱਖ ਯੂਨੀਵਰਸਿਟੀਆਂ ਦੇ 400 ਦੇ ਕਰੀਬ ਸਕਾਲਰਾਂ, ਅਕਾਦਮਿਕ ਮਾਹਿਰਾਂ ਨੇ ਦਿੱਲੀ ਦੀ JN ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਗਦੀਸ਼ ਕੁਮਾਰ ਨੂੰ ਇੱਕ ਖੁੱਲ੍ਹਾ ਪੱਤਰ ਲਿਖਿਆ ਹੈ। ਇਨ੍ਹਾਂ ਪੱਤਰ ਲਿਖਣ ਵਾਲਿਆਂ ਵਿੱਚ ਹਾਰਵਰਡ, ਕੈਂਬਰਿਜ, ਯੇਲ, ਨਿਊਯਾਰਕ ਯੂਨੀਵਰਸਿਟੀ, ਲੰਡਨ ਸਕੂਲ ਆਫ ਇਕਨੋਮਿਕਸ ਆਦਿ ਯੂਨੀਵਰਸਿਟੀਆਂ ਦੇ ਸਕਾਲਰ ਸ਼ਾਮਲ ਹਨ। ਇਸ ਪੱਤਰ ਵਿੱਚ ਕਿਹਾ ਗਿਆ ਹੈ, ਯੂਨੀਵਰਸਿਟੀ ਵਿਚਲਾ ਅਕਾਦਮਿਕ ਕਲਚਰ ਹਮਲੇ ਦਾ ਸ਼ਿਕਾਰ ਹੈ। JNU ਵਿਚਲੇ ਘਟਨਾਕ੍ਰਮ ਤੋਂ ਅਸੀਂ ਬਹੁਤ ਪਰੇਸ਼ਾਨ ਅਤੇ ਸਦਮੇ ਵਿੱਚ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਨੂੰ ਠੀਕ ਕਰੋ ਤਾਂ ਕਿ JNU ਦਾ ਦੁਨੀਆ ਦੀ ਇੱਕ ਚੰਗੀ ਯੂਨੀਵਰਸਿਟੀ ਵਜੋਂ ਅਕਸ ਕਾਇਮ ਰਹਿ ਸਕੇ। ਸਾਨੂੰ ਲੱਗਦਾ ਹੈ ਕਿ ਇਸ ਅਕਸ ਨੂੰ ਜਾਣਬੁੱਝ ਕੇ ਤਬਾਹ ਕੀਤਾ ਜਾ ਰਿਹਾ ਹੈ। ਇਸ ਯੂਨੀਵਰਸਿਟੀ ਵਿੱਚ ਵਿਚਾਰਾਂ ਦੀ ਆਜ਼ਾਦੀ ਅਤੇ ਅਕਾਦਮਿਕ ਆਜ਼ਾਦੀ ਨੂੰ ਭਾਰੀ ਖਤਰਾ ਦਰਪੇਸ਼ ਹੈ। ਅਸੀਂ ਇਹਨਾਂ 400 ਦੇ ਕਰੀਬ ਸਕਾਲਰਾਂ ਵੱਲੋਂ ਲਏ ਗਏ ਸਟੈਂਡ ਦੀ ਮੁਕੰਮਲ ਹਮਾਇਤ ਕਰਦੇ ਹਾਂ। ਜਦੋਂ ਨਰਿੰਦਰ ਮੋਦੀ UP ਦੇ ਚੋਣ ਜਲਸੇ ਵਿੱਚ ਖਲੋ ਕੇ ਬੜੀ ਬੇਸ਼ਰਮੀ ਨਾਲ ਕਹਿੰਦਾ ਹੈ, ਹਾਰਵਰਡ ਨਹੀਂ ਬਲਕਿ ਹਾਰਡ ਵਰਕ ਦਾ ਨਤੀਜਾ ਸਾਹਮਣੇ ਆਉਂਦਾ ਹੈ, ਤਾਂ ਜ਼ਾਹਰ ਹੈ ਉਹ ਹਾਰਵਰਡ ਯੂਨੀਵਰਸਿਟੀ ਸਮੇਤ ਦੁਨੀਆ ਦੀਆਂ ਨਾਮੀ ਯੂਨੀਵਰਸਿਟੀਆਂ ਦਾ ਮਜ਼ਾਕ ਉਡਾ ਰਿਹਾ ਹੈ ਅਤੇ ਆਪਣੇ ਆਪ ਨੂੰ ਸਭ ਤੋਂ ਉੱਚਾ ਐਲਾਨ ਰਿਹਾ ਹੈ। ਅਮ੍ਰਿਤਿਆ ਸੈਨ ਵਰਗੇ ਭਾਰਤ ਦੇ ਨੋਬਲ ਇਨਾਮ ਜੇਤੂ
ਹਾਰਵਰਡ ਯੂਨੀਵਰਸਿਟੀ ਵਿੱਚੋਂ ਆਏ ਹਨ। ਅਮ੍ਰਿਤਿਆ ਸੈਨ, ਜਿਹੜਾ ਕਿ ਦੁਨੀਆ ਦਾ ਇੱਕ ਪ੍ਰਮੁੱਖ ਆਰਥਿਕ ਮਾਹਰ ਹੈ, ਮੋਦੀ ਦੀਆਂ ਆਰਥਿਕ ਨੀਤੀਆਂ, ਜਿਨ੍ਹਾਂ ਵਿੱਚ ਨੋਟਬੰਦੀ ਵੀ ਸ਼ਾਮਲ ਹੈ, ਉਸ ਦਾ ਭਾਰੀ ਆਲੋਚਕ ਹੈ। ਉਸਨੇ ਬਿਹਾਰ ਵਿੱਚ ਸਥਾਪਿਤ ਹੋਣ ਵਾਲੀ ਨਾਲੰਦਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦੇ ਅਹੁਦੇ ਤੋਂ ਵੀ ਇਹ ਕਹਿ ਕੇ ਅਸਤੀਫਾ ਦੇ ਦਿੱਤਾ ਸੀ ਕਿ ਕਿਸੇ ਨੂੰ ਕੁਝ ਵੀ ਉਸਾਰੂ ਕਰਨ ਨਹੀਂ ਦਿੱਤਾ ਜਾਂਦਾ। ਸੋ ਇਸ ਵੇਲੇ ਭਾਰਤ ਵਿੱਚ ਅਨਪੜ੍ਹ ਮੋਦੀ ਅਤੇ ਜਾਲੀ ਡਿਗਰੀ ਵਾਲੀ ਉਸਦੀ ਸਾਥਣ ਸਮ੍ਰਿਤੀ ਇਰਾਨੀ ਦੀ ਹਕੂਮਤ ਹੈ, ਨਾ ਕਿ ਕਿਸੇ ਬੁੱਧੀਮਾਨ ਦੀ। ਭਾਰਤ ਵਿੱਚ ਇਤਿਹਾਸ ਅਤੇ ਕਲਾ ਨਾਲ ਕੀ ਖਿਲਵਾੜ ਕੀਤਾ ਜਾ ਰਿਹਾ ਹੈ ਅਤੇ ਉਸ ਤੇ ਕਿਵੇਂ ਹਿੰਦੂ ਤਵੀ ਭਗਵਾਂ ਰੰਗ ਚਾੜਿਆ ਜਾ ਰਿਹਾ ਹੈ, ਇਸ ਦਾ ਖੁਲਾਸਾ ਪ੍ਰਸਿੱਧ ਇਤਿਹਾਸਕਾਰ ਰਾਮਚੰਦਰ ਗੁਹਾ ਨੇ ਬੰਗਲੌਰ ਦੇ ਇੱਕ ਸਾਹਿਤ ਸਮਾਗਮ ਵਿੱਚ ਬੋਲਦਿਆਂ ਕੀਤਾ। ਭਾਰਤ ਵਿੱਚ ਵਿਚਾਰਾਂ ਦੇ ਪ੍ਰਗਟਾਵੇ ਨੂੰ 8 ਚੈਲੰਜ ਇਸ ਵਿਸ਼ੇ ਤੇ ਬੋਲਦਿਆਂ ਮਿਸਟਰ ਗੁਹਾ ਨੇ ਕਿਹਾ, ਭਾਰਤ ਦੀ ਮੋਦੀ ਸਰਕਾਰ ਜਿੰਨੀ ਬੌਧਿਕਤਾ ਵਿਰੋਧੀ ਹੈ, ਇਹੋ ਜਿਹੀ ਸਰਕਾਰ ਪਿਛਲੇ 70 ਸਾਲਾਂ ਵਿੱਚ ਕੋਈ ਨਹੀਂ ਸੀ। ਇਸ ਦੀ ਇੱਕ ਝਲਕ ਇਸ ਸਰਕਾਰ ਵੱਲੋਂ ਵਿਦਿਅਕ ਅਤੇ ਤਹਿਜ਼ੀਬੀ ਅਹੁਦਿਆਂ ਤੇ ਤੈਨਾਤ ਕੀਤੇ ਜਾ ਰਹੇ ਵਿਅਕਤੀਆਂ ਦੀ ਪਛਾਣ ਤੋਂ ਮਿਲਦੀ ਹੈ। ਗਜਿੰਦਰ ਚੌਹਾਨ ਅਤੇ ਪਹਿਲਾਜ ਨਹਿਲਾਨੀ ਵਰਗਿਆਂ ਦੀ ਨਿਯੁਕਤੀ ਵੱਲ ਵੇਖ ਲਓ। ਇਹਨਾਂ ਦੀ ਨਿਯੁਕਤੀ ਸਾਹਿਤ, ਕਲਾ ਅਤੇ ਵਿਦਵਤਾ ਦੇ ਮੂੰਹ ਤੇ ਚਪੇੜ ਹੈ। ਪ੍ਰਧਾਨ ਮੰਤਰੀ ਮੋਦੀ ਇਸ ਵਿੱਚ ਵਿਸ਼ਵਾਸ ਨਹੀਂ ਰੱਖਦਾ ਕਿ ਸਾਹਿਤ ਜਾਂ ਸਕਾਲਰ ਦੇਸ਼ ਦੀ ਹੋਣੀ ਸਿਰਜਣ ਵਿੱਚ ਕੋਈ ਰੋਲ ਅਦਾ ਕਰ ਸਕਦੇ ਹਨ। ਉਸ ਅਨੁਸਾਰ ਭਾਰਤ ਵਿੱਚ ਸਿਰਫ ਤੇ ਸਿਰਫ ਉਹ ਆਪ ਹੀ ਇਹ ਯੋਗਤਾ ਰੱਖਦਾ ਹੈ। ਭਾਰਤ ਵਿੱਚ ਇਸ ਵੇਲੇ ਬੌਧਿਕਤਾ ਵਿਰੋਧੀ ਸਰਕਾਰ ਹੈ, ਜਿਸ ਦੇ ਅਕਾਦਮਿਕ ਅਤੇ ਤਹਿਜ਼ੀਬੀ ਹਲਕਿਆਂ ਤੇ RSS ਦਾ ਰਾਜ ਹੈ। ਵਿਚਾਰਾਂ ਦੀ ਆਜ਼ਾਦੀ ਦਾ ਗਲ ਘੁੱਟਿਆ ਜਾ ਰਿਹਾ ਹੈ ਅਤੇ ਇੱਥੇ ਉਹੀ ਸੰਵਾਦ ਕਬੂਲ ਹੈ ਜਿਸ ਦੀ ਰੂਪਰੇਖਾ RSS ਅਤੇ ਉਸਦੇ ਚਮਚੇ ਨਿਰਧਾਰਤ ਕਰਦੇ ਹਨ। ਅਸੀਂ ਰਾਮਚੰਦਰ ਗੁਹਾ, ਰੋਮੀਲਾ ਥਾਪਰ, ਤੀਸਤਾ ਸੀਤਲਵਾੜ ਵਰਗੀਆਂ ਬਹਾਦਰ ਤੇ ਨਿਰਪੱਖ ਕਲਮਾਂ ਨੂੰ ਸਲੂਟ ਪੇਸ਼ ਕਰਦੇ ਹਾਂ। ਗੱਲ ਵਿਚਾਰਾਂ ਦੀ ਆਜ਼ਾਦੀ ਨੂੰ ਘੁੱਟਣ ਤੱਕ ਹੀ ਸੀਮਤ ਨਹੀਂ, ਬਲਕਿ ਇਸ ਨੀਤੀ ਨੂੰ ਅੰਤਰਰਾਸ਼ਟਰੀ ਪੱਧਰ ਤੇ ਨਿਆਂ ਸੰਗਤ ਵੀ ਠਹਿਰਾਇਆ ਜਾ ਰਿਹਾ ਹੈ। ਪਿਛਲੇ ਦਿਨੀ RSS ਦੇ ਚਹੇਤੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਭਾਸ਼ਣ ਦਿੰਦਿਆਂ ਕਿਹਾ ਸੀ, ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦੀ ਵੀ ਸੀਮਾ ਹੋਣੀ ਚਾਹੀਦੀ ਹੈ। ਭਾਰਤ ਦੀਆਂ ਯੂਨੀਵਰਸਿਟੀਆਂ ਵਿੱਚ ਰੋਸ ਵਿਖਾਵੇ ਕਰਨ ਵਾਲੇ ਵਿਨਾਸ਼ਕਾਰੀ ਲੋਕ ਹਨ। ਇੱਕ ਪ੍ਰਭੂ ਸੱਤਾ ਸੰਪੰਨ ਦੇਸ਼ ਦੇ ਸਾਹਮਣੇ ਵਿਚਾਰਾਂ ਦਾ ਪ੍ਰਗਟਾਵਾ ਦੂਸਰਾ ਦਰਜਾ ਰੱਖਦਾ ਹੈ। ਯੂਨੀਵਰਸਿਟੀਆਂ ਵਿੱਚ ਵਿਚਾਰਾਂ ਦੀ ਆਜ਼ਾਦੀ ਦੇ ਪ੍ਰਗਟਾਵੇ ਦੇ ਨਾਂ ਹੇਠ ਦੇਸ਼ ਨੂੰ ਤੋੜਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਅਸੀਂ ਐਸਾ ਬਿਲਕੁਲ ਨਹੀਂ ਹੋਣ ਦਿਆਂਗੇ। ਜ਼ਾਹਰ ਹੈ ਕਿ ਜੇਤਲੀ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਗੁੰਡਿਆਂ ਵੱਲੋਂ ਹੈਦਰਾਬਾਦ, ਦਿੱਲੀ, JNU ਆਦਿ ਯੂਨੀਵਰਸਿਟੀਆਂ ਵਿੱਚ ਕੀਤੀ ਗੁੰਡਾਗਰਦੀ ਨੂੰ ਦੇਸ਼ ਭਗਤੀ ਨਾਲ ਨਿਵਾਜ ਰਿਹਾ ਹੈ, ਜਦੋਂ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਦੀ ਮੰਗ ਕਰਨ ਵਾਲੇ ਉਸ ਲਈ ਵਿਨਾਸ਼ਕਾਰੀ ਯਾਨੀ ਕਿ ਸਬਮਰਸਿਵ ਹਨ। ਕੀ ਕੋਈ ਭੁਲੇਖਾ ਰਹਿ ਜਾਂਦਾ ਹੈ ਕਿ ਯੂਨੀਵਰਸਿਟੀਆਂ ਵਿੱਚ ਗੁੰਡਾਗਰਦੀ ਰਾਹੀਂ ਦਹਿਸ਼ਤਗਰਦੀ ਅਤੇ ਡਰ ਦਾ ਮਾਹੌਲ ਕਿਸ ਦੇ ਹੁਕਮਾਂ ਤਹਿਤ ਪੈਦਾ ਕੀਤਾ ਜਾ ਰਿਹਾ ਹੈ? ਅਲਾਮਾ ਇਕਬਾਲ ਦਾ ਇਹ ਸ਼ੇਅਰ ਦੁਹਰਾਉਣ ਨੂੰ ਜੀ ਕਰਦਾ ਹੈ। ਫਲਕ ਨੇ ਉनको ਅਤਾ ਕੀ ਹੈ ਖਵਾਜ਼ਗੀ ਕਿ ਜਿन्हें ਖਬਰ ਨਹੀਂ ਰਵਸ਼ੇ ਬੰਦਾ ਪਰਵਰੀ ਕਿਆ ਹੈ। ਰੱਬ ਨੇ ਉਹਨਾਂ ਦੇ ਹੱਥ ਰਾਜ ਭਾਗ ਦੇ ਦਿੱਤਾ ਹੈ ਜਿਨ੍ਹਾਂ ਨੂੰ ਪਤਾ ਹੀ ਨਹੀਂ ਕਿ ਜਨਤਾ ਨਾਲ ਧਰਮਸ਼ੀਲਤਾ ਕਿਵੇਂ ਨਿਭਾਈਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।